ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ ਤੇ ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਗੱਲਾਂ ਸੁਣੀਏ, ਮੇਰੀ ਤਰਫੋਂ, ਮੇਰੇ ਬੱਚਿਆਂ ਦੀ ਤਰਫੋਂ ਤੇ ਨੀਦਰਲੈਂਡ ਦੀ ਸਾਰੀ ਕਲੀਸਿਆ ਦੀ ਤਰਫੋਂ ਸਾਰੇ ਸੁਣਨ ਵਾਲੇ YouTube ਦੇ ਬੱਚਿਆਂ ਨਾਲ, ਦੋਸਤਾਂ ਦੇ ਨਾਲ ਮੇਰਾ ਬਹੁਤ ਹੀ ਪਿਆਰ ਤੇ ਸਲਾਮ ਪਹੁੰਚੇ। ਸੋ ਬੱਚਿਓ, ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣਨ ਵਾਲੇ ਹਾਂ, ਜਿਹਦੇ 'ਚ ਪੌਲੁਸ ਰਸੂਲ ਆਪਣੇ ਆਪ ਨੂੰ ਅੰਜੀਲ ਦੇ ਹਿਸਾਬ ਨਾਲ ਬਾਪ ਕਹਿੰਦਾ ਹੈ। ਤੇ ਜੇਕਰ ਅੰਜੀਲ ਦੇ ਹਿਸਾਬ ਨਾਲ ਬਾਪ ਕਹਿੰਦਾ ਹੈ ਤੇ ਕਿਉਂ ਕਹਿੰਦਾ ਬਈ? ਕਿਉਂਕਿ ਉਹ ਅੰਜੀਲ ਨੂੰ ਬੜੀ ਦਲੇਰੀ ਦੇ ਨਾਲ ਸੁਣਾਉਂਦਾ ਹੈ। ਉਹ ਅੰਜੀਲ ਦੇ ਭੇਤਾਂ ਨੂੰ ਇਸ ਤਰ੍ਹਾਂ ਦਲੇਰੀ ਨਾਲ ਬਿਆਨ ਕਰਦਾ ਹੈ। ਖੁਦਾ ਦੇ ਕਲਾਮ ਨੂੰ ਜਿਸ ਵੇਲੇ ਅਸੀਂ ਵੇਖਦੇ ਹਾਂ ਤੇ ਬਾਈਬਲ ਦੱਸਦੀ ਹੈ ਕਿ ਰਸੂਲ ਜੇਲ੍ਹ ਦੇ ਵਿੱਚ। ਇਫਸੀਓਂ 6 ਬਾਪ ਤੇ ਉਹਦੀ 18 ਆਇਤ ਤੋਂ ਪੜ੍ਹਦੇ ਹਾਂ ਤੇ ਕਹਿੰਦਾ ਹੈ, ਹਰ ਵਕਤ ਤੇ ਹਰ ਤਰ੍ਹਾਂ ਰੂਹ ਦੇ ਨਾਲ ਦੁਆ ਤੇ ਮਿੰਨਤ ਕਰਦੇ ਰਹੋ ਤੇ ਇਸੇ ਗਰਜ਼ ਦੇ ਨਾਲ ਜਾਗਦੇ ਰਹੋ ਤੇ ਮੁਕੱਦਸਾਂ ਦੇ ਵਾਸਤੇ ਬਿਲਾ ਨਾਗਾ ਦੁਆ ਕਰਿਓ ਤੇ ਮੇਰੇ ਲਈ ਵੀ ਕਰਿਓ। ਕਹਿੰਦਾ ਬੋਲਣ ਦੇ ਵਕਤ ਜਦੋਂ ਮੈਂ ਕਲਾਮ ਕਰਾਂ ਤੇ ਮੈਨੂੰ ਕਲਾਮ ਕਰਨ ਦੀ ਖੁਦਾ ਇਹੋ ਜਿਹੀ ਤੌਫੀਕ ਦੇਵੇ ਤੇ ਉਹਦੀ ਖੁਸ਼ਖਬਰੀ ਦੇ ਭੇਤ ਨੂੰ ਮੈਂ ਦਲੇਰੀ ਦੇ ਨਾਲ ਜ਼ਾਹਰ ਕਰਾਂ, ਦਲੇਰੀ ਨਾਲ ਜ਼ਾਹਰ ਕਰਾਂ, ਜਿਸ ਲਈ ਮੈਂ ਜ਼ੰਜੀਰਾਂ ਦਾ ਜਕੜਿਆ ਹੋਇਆ ਏਲਚੀ ਹੈ ਤੇ ਉਹਨੂੰ ਇਹੋ ਜਿਹੀ ਦਲੇਰੀ ਨਾਲ ਬਿਆਨ ਕਰਾਂ ਜਿਸ ਤਰ੍ਹਾਂ ਬਿਆਨ ਕਰਨਾ ਮੇਰੇ ਉੱਤੇ ਫਰਜ਼ ਹੈ। ਐਵੇਂ ਨਹੀਂ ਉਹ ਆਪਣੇ ਆਪ ਨੂੰ ਬਾਪ ਕਹਿੰਦਾ ਬਈ, ਜ਼ੰਜੀਰਾਂ ਦਾ ਜਕੜਿਆ ਹੋਇਆ ਏ ਤੇ ਕਹਿੰਦਾ ਦੁਆ ਕਰਿਓ ਮੈਂ ਇਸ ਤਰ੍ਹਾਂ ਇਹਨੂੰ ਬਿਆਨ ਕਰਾਂ ਜਿਸ ਤਰ੍ਹਾਂ ਬਿਆਨ ਕਰਨਾ ਮੇਰੇ ਉੱਤੇ ਫਰਜ਼ ਹੈ। ਕੱਲ ਅਸੀਂ ਯਸਾਇਆ ਨਬੀ ਦੇ ਸਹੀਫੇ ਨੂੰ 38 ਬਾਬ ਤੇ 19 ਐਤ ਨੂੰ ਪੜ੍ਹਿਆ ਤੇ ਬਾਈਬਲ ਦੇ ਵਿੱਚ ਲਿਖਿਆ ਮਿਲਦਾ, ਜ਼ਿੰਦਾ ਹਾਂ ਜ਼ਿੰਦਾ ਹੀ ਖੁਦਾਵੰਦ ਦੀ ਸਤਾਇਸ਼ ਕਰੇਗਾ, ਜਿਸ ਤਰ੍ਹਾਂ ਕਹਿੰਦਾ ਅੱਜ ਦੇ ਦਿਨ ਮੈਂ ਕਰਨਾ ਵਾਂ। ਜਿਸ ਤਰ੍ਹਾਂ ਕਹਿੰਦਾ ਅੱਜ ਦੇ ਦਿਨ ਮੈਂ ਕਰਨਾ ਏ। ਤੇ ਫਿਰ ਉਹਨੇ ਆਖਿਆ ਜਿਹੜਾ ਬਾਪ ਹੋਵੇਗਾ ਆਪਣੇ ਬੱਚਿਆਂ ਨੂੰ ਸੱਚਾਈ ਦੀ ਖਬਰ, ਆਪਣੇ ਬੱਚਿਆਂ ਨੂੰ ਸੱਚਾਈ ਦੀ ਖਬਰ ਦੇਵੇਗਾ, ਸੱਚਾਈ ਦੀ। ਉਹ ਇਸ ਕਰਕੇ ਕਹਿੰਦਾ ਮੈਂ ਬਾਪ ਏ, ਮੈਂ ਦਲੇਰੀ ਦੇ ਨਾਲ ਆਪਣੇ ਪੁੱਤਰਾਂ ਤੱਕ ਕਲਾਮ ਪਹੁੰਚਾਉਣਾ। ਤਮੋਥੀਉਸ ਨੂੰ ਕਹਿੰਦਾ ਏ, ਪਹਿਲਾ ਬਾਪ 2 ਐਚ ਕਹਿੰਦਾ ਏ, ਈਮਾਨ ਦੇ ਲਿਹਾਜ਼ ਨਾਲ ਇਹ ਮੇਰਾ ਸੱਚਾ ਫਰਜ਼ੰਦ ਏ। ਤੇ ਜੇਕਰ ਸੱਚਾ ਫਰਜ਼ੰਦ ਏ ਤੇ ਦੂਸਰਾ ਤਮੋਥੀਉਸ ਉਸਦਾ 4 ਬਾਪ ਪਹਿਲੀ ਐਤ ਤੋਂ ਪੜ੍ਹੀਏ ਤੇ ਕਹਿੰਦਾ ਪੁੱਤਰਾ, ਖੁਦਾਵੰਦ ਯਿਸੂ ਮਸੀਹ ਦਾ ਜ਼ਹੂਰ ਹੋ ਰਿਹਾ ਈ, ਉਹ ਆਦਲ ਮੁਨਸਫ ਬਾਦਸ਼ਾਹੀ ਹੋ ਤੇ ਉਹਨੇ ਆਣ ਕੇ ਮੁਰਦਿਆਂ ਦੀ ਤੇ ਜ਼ਿੰਦਿਆਂ ਦੀ ਅਦਾਲਤ ਕਰਨੀ ਹੈ ਤੇ ਉਹ ਆਦਲ ਹੀ ਉਹਦੇ ਸਾਹਮਣੇ ਤੈਨੂੰ ਵੀ ਖੜੇ ਹੋਣਾ ਹੀ ਤੇ ਮੈਨੂੰ ਵੀ ਖੜੇ ਹੋਣਾ ਹੀ। ਤੇ ਕਹਿੰਦਾ ਹੈ ਕਿ ਤੂੰ ਕਲਾਮ ਦੀ ਮਨਾਦੀ ਕਰ, ਕਲਾਮ ਦੀ ਮਨਾਦੀ ਤੇ ਵਕਤ ਬੇਵਕਤ ਮੁਸਤਦ ਰਹਿ, ਹਰ ਤਰ੍ਹਾਂ ਦੀ ਤਹਮਲ ਨਾਲ, ਤਲੀਮ ਨਾਲ, ਮਲਾਮਤ ਨਾਲ, ਨਸੀਹਤ ਨਾਲ ਕਹਿੰਦਾ ਸਮਝਾ ਦੇ। ਲੋਕਾਂ ਨੇ ਸਹੀ ਤਲੀਮ ਦੀ ਬਰਦਾਸ਼ਤ ਨਹੀਂ ਉਹ ਕਰਨੀ, ਬਲਕਿ ਕੰਨਾਂ ਦੀ ਖੁਜਲੀ ਦੇ ਬਾਇਸ ਖਵਾਹਿਸ਼ਾਂ ਦੇ ਮੁਤਾਬਕ ਉਸਤਾਦ ਬਣਾਉਣੇ ਨੇ। ਪਰ ਤੂੰ ਸਾਰੀਆਂ ਗੱਲਾਂ ਹੁਸ਼ਿਆਰ ਰਹਿ, ਦੁੱਖ ਉਠਾ ਤੇ ਬਸ਼ਾਰਤ ਦਾ ਕੰਮ ਅੰਜਾਮ ਦੇ। ਤੇ ਉਹਨੇ ਆਖਿਆ ਮੈਂ ਹੁਣ ਕੁਰਬਾਨ ਹੋ ਰਿਹਾ ਹੈ, ਮੇਰੀ ਖਿਦਮਤ ਦਾ ਦੌਰ ਪੂਰਾ ਹੋ ਗਿਆ ਹੈ, ਮੈਂ ਅੱਛੀ ਕੁਸ਼ਤੀ ਲੜਿਆ, ਮੈਂ ਦੌੜ ਨੂੰ ਖਤਮ ਕੀਤਾ ਹੈ, ਮੈਂ ਈਮਾਨ ਨੂੰ ਮਹਿਫੂਜ਼ ਰੱਖਿਆ ਹੈ। ਸੋ ਬਈ ਅਬਲੀਸ ਡਾਕਾ ਮਾਰਦਾ ਈਮਾਨ ਤੇ ਉਹ ਕਹਿੰਦਾ ਮੈਂ ਈਮਾਨ ਨੂੰ ਮਹਿਫੂਜ਼ ਰੱਖਿਆ ਤੇ ਹੁਣ ਐਂਦਾ ਲਈ ਮੇਰੇ ਵਾਸਤੇ ਰਾਸਤਬਾਜ਼ੀ ਦਾ ਤਾਜ ਰੱਖਿਆ ਹੋਇਆ, ਤਾਜ।
ਤੇ ਨਾ ਸਿਰਫ ਉਸਨੇ ਮੈਨੂੰ ਦੇਣਾ ਹੈ, ਉਸ ਆਦਲ ਮੁਨਸਬ ਬਾਦਸ਼ਾਹ ਨੇ, ਬਲਕਿ ਹਰ ਉਸ ਬੰਦੇ ਨੂੰ ਉਸਨੇ ਤਾਜ ਦੇਣਾ ਵਾ ਜਿਹੜਾ ਵੀ ਦਲੇਰੀ ਦੇ ਨਾਲ ਆਪਣੇ ਫਰਜ਼ ਨੂੰ ਨਿਭਾਵੇਗਾ। ਤੇ ਕਿਉਂ ਅਸੀਂ ਮੁਰਦਾ ਪਿਓ ਹਾਂ ਬਈ? ਅਸੀਂ ਆਪਣੇ ਕੰਮ ਤੋਂ ਭੁੱਲੇ ਹੋਏ ਹਾਂ। ਅਸੀਂ ਤੇ ਉਹ ਕੰਮ ਕਰਨ ਡਏ ਹਾਂ, ਇਹਨਾਂ ਦੀਆਂ ਜਿਸਮਾਨੀ ਫਿਕਰਾਂ। ਲੇਕਿਨ ਰਸੂਲ ਜਦੋਂ ਕਹਿੰਦਾ ਹੈ, ਦੂਸਰਾ ਕਰੰਥੀਓ ਦੇਖਨੇ ਆ ਤੀਸਰੀ ਵਾਰੀ ਕਹਿੰਦਾ, ਮੈਂ ਤੀਸਰੀ ਵਾਰੀ ਤੁਹਾਡੇ ਕੋਲ ਆਉਣ ਲੱਗਾ। ਦੂਸਰਾ ਕਰੰਥੀਓ, ਐਵੇਂ ਨਹੀਂ ਕਰੰਥੇ ਦੇ ਲੋਕਾਂ ਨੂੰ ਕਹਿੰਦਾ ਮੈਂ ਤੁਹਾਡਾ ਅੰਜੀਲ ਦੇ ਹਿਸਾਬ ਨਾਲ ਬਾਪ ਹੈ। ਦੂਸਰਾ ਕਰੰਥੀਓ 12 ਬਾਪ ਉਹਦੀ 14 ਐਤ ਤੋਂ ਪੜ੍ਹਦੇ, ਕਹਿੰਦਾ ਤੀਜੀ ਵਾਰੀ ਤੁਹਾਡੇ ਕੋਲ ਆਉਣ ਲੱਗਾ ਤੇ ਤੁਹਾਡੇ ਉੱਤੇ ਬੋਝ ਨਹੀਂ ਬਣਾਗਾ, ਕਿਉਂਕਿ ਮੈਂ ਤੁਹਾਡੇ ਮਾਲ ਦਾ ਨਹੀਂ, ਉਹ ਮੈਂ ਤੇ ਤੁਹਾਡਾ ਖੈਰ ਖਾਵਾਂ, ਮੈਂ ਤੇ ਤੁਹਾਨੂੰ ਚਾਹੁੰਦਾ ਵਾਂ। ਕਿਉਂਕਿ ਮਾਂ ਪਿਓ ਨੂੰ ਲੜਕਿਆਂ ਲਈ ਜਮ੍ਹਾਂ ਕਰਨ ਦੀ ਜ਼ਰੂਰਤ ਹੁੰਦੀ ਹੈ, ਨਾ ਕਿ ਬੱਚਿਆਂ ਨੂੰ। ਤੇ ਮੈਂ ਤੁਹਾਡੀ ਰੂਹਾਂ ਦੇ ਵਾਸਤੇ ਖੁਸ਼ੀ ਦੇ ਨਾਲ ਖਰਚ ਕਰਾਂਗਾ। ਮੈਂ ਤੁਹਾਡੀ ਰੂਹਾਂ ਲਈ, ਅਸੀਂ ਜਿਸਮ ਲਈ ਖਰਚ ਕਰਨੇ ਆ, ਰਸੂਲ ਰੂਹਾਂ ਲਈ ਖਰਚ ਕਰਦਾ ਹੈ। ਕਹਿੰਦਾ ਹੈ ਮੈਂ ਤੁਹਾਡੀ ਰੂਹਾਂ ਦੇ ਫਾਇਦੇ ਲਈ ਖੁਸ਼ੀ ਦੇ ਨਾਲ ਖਰਚ ਕਰਾਂਗਾ, ਬਲਕਿ ਖੁਦ ਵੀ ਖਰਚ ਹੋ ਜਾਵਾਂਗਾ। ਇਹ ਵੀ ਨਹੀਂ ਆਪਣੇ ਆਪ ਨੂੰ ਬਈ ਉਹ ਕਹਿੰਦਾ ਮੈਂ ਤੁਹਾਡਾ ਬਾਪ ਏ। ਉਹ ਕਹਿੰਦਾ ਏ ਕਿ ਮਾਂ ਪਿਓ ਜਿਹੜਾ ਹੁੰਦਾ ਨਾ, ਮਾਂ ਪਿਓ ਉਹ ਤੇ ਬੱਚਿਆਂ ਵਾਸਤੇ ਮਰ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਅਸੀਂ ਕੈਸੇ ਮਾਂ ਪਿਓ ਆਵੇਂ? ਹਾਂ ਜ਼ਰੂਰ ਅਸੀਂ ਉਹ ਕੰਮ ਕਰਨੇ ਆ ਜਿਸ ਦੇ ਬਾਰੇ ਹਬਕੂਕ ਦੀ ਕਿਤਾਬ ਦੇ ਵਿੱਚ ਲਿਖਿਆ ਮਿਲਦਾ ਹੈ। ਹਬਕੂਕ ਨਬੀ ਦਾ ਸੀਫਾ 2 ਬਾਪ ਉਹਦੀ 11 ਐਤ ਤੋਂ ਪੜ੍ਹਨਾ, 9 ਐਤ ਤੋਂ 11 ਐਤ ਤੱਕ ਪੜ੍ਹੀਏ ਤੇ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਉਸ ਬੰਦੇ ਉੱਤੇ ਅਫਸੋਸ, ਉਸ ਬੰਦੇ ਉੱਤੇ ਅਫਸੋਸ ਜਿਹੜਾ ਬੰਦਾ ਆਪਣੇ ਘਰਾਣੇ ਲਈ ਨਜਾਇਜ਼ ਨਫਾ, ਆਪਣੇ ਘਰਾਣੇ ਲਈ ਨਜਾਇਜ਼ ਨਫਾ ਉਠਾਉਂਦਾ ਹੈ। ਨਜਾਇਜ਼ ਨਫਾ, ਘਰਾਣੇ ਦੀ ਫਿਕਰ ਕਰਦਾ ਪਿਆ ਹੈ, ਰੂਹਾਂ ਦੀ ਫਿਕਰ ਨਹੀਂ ਕਰਦਾ, ਜਿਸਮਾਂ ਦੀ ਫਿਕਰ ਕਰਦਾ ਹੈ। ਲਿਖਿਆ ਉਸ ਬੰਦੇ ਉੱਤੇ ਅਫਸੋਸ ਜਿਹੜਾ ਆਪਣੇ ਘਰਾਣੇ ਲਈ ਨਜਾਇਜ਼ ਨਫਾ ਉਠਾਉਂਦਾ ਹੈ ਤਾਂ ਕਿ ਆਪਣਾ ਆਸ਼ਿਆਨਾ ਬੁਲੰਦੀ ਤੇ ਬਣਾਵੇ। ਆਹ ਕੋਠੀ ਜੀ ਮੇਰੇ ਪਿਓ ਨੇ ਦਿੱਤੀ ਸੀ, ਆਹ ਦੂਸਰੀ ਕੋਠੀ ਦੂਸਰੇ ਨੂੰ ਦਿੱਤੀ ਸੀ। ਲਿਖਿਆ ਉਸ ਬੰਦੇ ਉੱਤੇ ਅਫਸੋਸ ਜਿਹੜਾ ਆਪਣੇ ਘਰਾਣੇ ਵਾਸਤੇ ਨਜਾਇਜ਼ ਨਫਾ ਉਠਾਉਂਦਾ ਤਾਂ ਕਿ ਆਪਣਾ ਆਸ਼ਿਆਨਾ ਬੁਲੰਦੀ ਦੇ ਉੱਤੇ ਬਣਾਵੇ ਤੇ ਮੁਸੀਬਤ ਤੋਂ ਮਹਿਫੂਜ਼ ਰਵੇ। ਤੇ ਤੂੰ ਬਹੁਤ ਸਾਰੀ ਉਮਤਾਂ ਨੂੰ ਬਰਬਾਦ ਕੀਤਾ ਹੈ। ਉਹ ਇਹਦੇ ਪਿੱਛੇ ਤੇ ਵੇਖ ਤੂੰ ਕੀਤਾ ਕੀ ਏ? ਤੂੰ ਬਹੁਤ ਸਾਰੀ ਉਮਤਾਂ ਨੂੰ ਬਰਬਾਦ ਕਰਕੇ ਤੇ ਆਪਣੇ ਘਰਾਣੇ ਵਾਸਤੇ ਤੂੰ ਰਸਵਾਈ ਹਾਸਲ ਕੀਤੀ ਏ। ਕੋਈ ਇੱਜ਼ਤ ਨਹੀਂ ਕਮਾਈ, ਬਲਕਿ ਰਸਵਾਈ ਹਾਸਲ ਕੀਤੀ ਏ। ਤੇ ਲਿਖਿਆ ਹੈ ਆਪਣੀ ਜਾਨ ਦਾ ਗੁਨੇਗਾਰ ਹੋਇਆ ਹੈ। ਆਪਣੀ ਜਾਨ ਦਾ ਗੁਨੇਗਾਰ ਹੋਇਆ ਵਾਂ। ਤੇਰੀਆਂ ਦੀਵਾਰਾਂ ਦੇ ਵਿੱਚੋਂ 11 ਐਤ ਕਹਿੰਦੀ ਹੈ, ਤੇਰੀਆਂ ਦੀਵਾਰਾਂ ਦੇ ਵਿੱਚੋਂ ਪੱਥਰਾਂ ਨੇ ਚਲਾਉਣਾ ਹੈ ਤੇ ਛੱਤਾਂ ਦੇ ਵਿੱਚੋਂ ਸ਼ਤੀਰਾਂ ਨੇ ਜਵਾਬ ਦੇਣਾ ਹੈ। ਤੇ ਆਓ ਫਿਰ ਦੇਖੀਏ ਕਿ ਕਿਹੜੇ ਪਿਓ ਆ ਬਈ, ਕਿਹੜੇ ਪਿਓ ਬਣੇ ਹੋਏ ਆ ਘਰਾਣਿਆਂ ਵਾਸਤੇ ਇੱਜ਼ਤ ਕਮਾਉਣ ਲਈ ਜਾਂ ਰਸਵਾਈ। ਤੇ ਅੱਜ ਮੌਕਾ ਹੈ ਇੱਜ਼ਤ ਕਮਾਈਏ, ਉਹ ਬੱਚਿਆਂ ਦੀਆਂ ਰੂਹਾਂ ਨੂੰ ਬਚਾਈਏ, ਹਕੀਕਤ ਦੇ ਵਿੱਚ ਬਾਪ ਬਣੀਏ। ਅਸੀਂ ਤੇ ਬਣੇ ਹੋਏ ਸ਼ਿਤਰਮੁਰਗ, ਜਿਸਮਾਂ ਦੀ ਫਿਕਰ ਲੱਗੀ ਹੋਈ ਹੈ, ਜਾਣ ਦੀ ਅਸੀਂ ਗੁਨਾਹਗਾਰ ਹੁੰਦੇ ਹਾਂ। ਤੇ ਜਿਹੜੀਆਂ ਕੋਠੀਆਂ ਮਠਲੇ ਬਣਾ ਕੇ ਦੇ ਰਹੇ ਹਾਂ, ਇਹ ਪਤਾ ਹੀ ਨਹੀਂ ਕਿ ਇਹਨਾਂ ਦੀਆਂ ਦੀਵਾਰਾਂ ਦੇ ਵਿੱਚੋਂ ਪੱਥਰਾਂ ਨੇ ਚਲਾਉਣਾ ਨੇ, ਛੱਤਾਂ ਚੋਂ ਸ਼ਤੀਰਾਂ ਨੇ ਜਵਾਬ ਦੇਣਾ। ਇਸਤਿਸ਼ਨਾ ਦੀ ਕਿਤਾਬ ਮੈਂ ਤੈਨੂੰ ਅੱਗੇ ਵੀ ਦੱਸ ਚੁੱਕਿਆ ਹੈ ਕਿ 6 ਬਾਪ ਉਹਦੀ 4 ਐਤ ਤੋਂ ਪੜ੍ਹੀਏ ਤੇ ਕੌਮ ਬਣੀ ਇਸਰਾਈਲ ਨੂੰ ਖੁਦਾ ਨੇ ਸਮਝਾਇਆ ਸੀ ਕਿ ਸੁਣ ਐ ਇਸਰਾਈਲ, ਤੇਰਾ ਰੱਬ ਇੱਕੋ ਹੀ, ਉਹ ਆਪਣੇ ਰੱਬ ਨੂੰ ਪੂਰੇ ਦਿਲੋਂ ਜਾਨ ਤਾਕਤ ਨਾਲ ਪਿਆਰ ਕਰੀ ਤੇ ਉਹ ਗੱਲਾਂ ਜਿਹੜੀਆਂ ਤੂੰ ਵੇਖ ਲਵੇਂ, ਉਹ ਗੱਲਾਂ ਜਿਹੜੀਆਂ ਤੂੰ ਵੇਖ ਲਵੇਂ, ਉਹ ਭਲਿਆ ਤੇਰੇ ਦਿਲ ਤੇ ਨਕਸ਼ ਹੋ ਜਾਣ, ਦਿਲ ਤੇ ਨਕਸ਼। ਤੇ ਔਲਾਦ ਦੇ ਜ਼ੇਨ ਨਸ਼ੀਨ ਕਰਵਾਈ, ਘਰ ਬੈਠਿਆ ਰਾਹ ਚੱਲਦਿਆਂ ਲੇਟਦਿਆਂ ਤੇ ਉੱਠਦੇ ਵੇਲੇ ਕਹਿੰਦਾ ਇਹਨਾਂ ਦਾ ਜ਼ਿਕਰ ਕਰੀ, ਇਹਨਾਂ ਦਾ ਜ਼ਿਕਰ ਕਰੀ। ਕਿਆ ਜ਼ਿਕਰ ਕਰਨ ਡਏ? ਕਿਆ ਇਹ ਡਿਊਟੀ ਨੂੰ ਪੂਰਾ ਕਰਨ ਡਏ ਆ? ਕਿਆ ਅਸੀਂ ਜ਼ਿੰਦਾ
ਬਾਪ ਹੈ ਜਾਂ ਬਾਈਬਲ ਦੀ ਰੂਹ ਨਾਲ ਮਰੇ ਹੋਏ ਮਾਂ ਪਿਓ? ਕਿਉਂਕਿ ਇਫਸੀਓਂ 6 ਬਾਪ ਉਹਦੀ 4 ਐਤ ਨੂੰ ਵੀ ਪੜ੍ਹਿਆ ਸੀ ਕਿ ਔਲਾਦ ਵਾਲਿਓ ਆਪਣੀ ਔਲਾਦ ਨੂੰ ਦੇਖਣਾ ਕਰਿਓ, ਬਲਕਿ ਖੁਦਾਵੰਦ ਦੇ ਵਿੱਚ ਇਹਨਾਂ ਨੂੰ ਤਰਬੀਅਤ ਤੇ ਨਸੀਹਤ ਦੇ ਕੇ ਇਹਨਾਂ ਦੀ ਪਰਵਰਿਸ਼ ਕਰਿਓ। ਉਹ ਬਾਈਬਲ ਪਰਵਰਿਸ਼ ਦਾ ਹਿੱਸਾ ਹੈ। ਬਾਈਬਲ ਵਾਪਸੀ ਦਾ ਟਿਕਟ ਹੈ। ਫਿਲਮੂਨ ਦਾ ਖਤ ਪੜੋ। ਅਨੀਸਮਿਸ ਗੁਲਾਮ ਹੈ, ਫਿਲਮੂਨ ਤੋਂ ਦੌੜਿਆ ਹੋਇਆ ਹੈ। ਪੌਲੁਸ ਰਸੂਲ ਕੈਦ ਦੇ ਵਿੱਚ, ਇਹ ਵੀ ਕੈਦ ਦੇ ਵਿੱਚ ਆ ਗਿਆ ਅਨੀਸਮਿਸ। ਖੁਦਾਵੰਦ ਦੇ ਕਲਾਮ ਨੇ ਇਹਨੂੰ ਤਬਦੀਲ ਕਰ ਦਿੱਤਾ ਹੈ। ਇਹ ਵਾਪਸ ਜਾ ਰਿਹਾ ਹੈ ਫਿਲਮੂਨ ਦੇ ਕੋਲ। ਰਸੂਲ ਖਤ ਲਿਖਦਾ ਹੈ, ਕਹਿੰਦਾ ਰੱਖਣਾ ਤੇ ਮੈਂ ਇਹਨੂੰ ਆਪਣੇ ਕੋਲ ਹੀ ਚਾਹੁੰਦਾ ਸੀ, ਪਰ ਮੈਂ ਆਪਣੇ ਕਲੇਜੇ ਦੇ ਟੁਕੜੇ ਨੂੰ, ਹਾਲਾਂਕਿ ਪੌਲੁਸ ਰਸੂਲ ਦੀ ਕੋਈ ਔਲਾਦ ਨਹੀਂ, ਪਰ ਕਹਿੰਦਾ ਮੈਂ ਆਪਣੇ ਕਲੇਜੇ ਦੇ ਟੁਕੜੇ ਨੂੰ ਤੇਰੇ ਕੋਲ ਦੁਬਾਰਾ ਵਾਪਸ ਭੇਜ ਰਿਹਾ। ਤੇ ਇਹਨੂੰ ਹੁਣ ਗੁਲਾਮ ਦੀ ਤਰ੍ਹਾਂ ਨਾ ਸਮਝੀ, ਇੱਕ ਐਸੇ ਭਾਈ ਦੀ ਤਰ੍ਹਾਂ ਜਿਹੜਾ ਤੇਰਾ ਮੇਰਾ ਅਜ਼ੀਜ਼ ਤੇ ਤੇਰਾ ਉਸ ਤੋਂ ਵੀ ਜ਼ਿਆਦਾ ਅਜ਼ੀਜ਼ ਹੋਵੇ। ਤੇ ਜੋ ਕੁਝ ਇਹਦੇ ਤੇ ਤੇਰਾ ਬਣਦਾ ਏ, ਲੇਖਾ ਬਣਦਾ, ਮੇਰੇ ਨਾਮ ਲਿਖ ਦੇ। ਮੈਂ ਆਪਣੇ ਹੱਥ ਨਾਲ ਲਿਖਣਾ ਹੈ। ਕਹਿੰਦਾ, ਉਹਨੇ ਆਖਿਆ ਮੈਂ ਬੁੱਢਾ ਪੌਲੁਸ ਆਪਣੇ ਹੱਥ ਨਾਲ ਲਿਖਣਾ ਹੈ, ਤੈਨੂੰ ਅਦਾ ਕਰ ਦਿਆਂਗਾ, ਪਰ ਇਹ ਵੀ ਜਾਣ ਲਾ ਕਿ ਤੂੰ ਵੀ ਮੇਰਾ ਕਰਜ਼ਈ ਹੈ। ਕਿਉਂ ਬਈ ਤੂੰ ਮੇਰਾ ਕਰਜ਼ਈ ਹੈ? ਕਿਉਂਕਿ ਮੈਂ ਹੱਕ ਦੀ ਆਵਾਜ਼ ਕਲਾਮ ਤੇਰੇ ਤੱਕ ਪਹੁੰਚਾਇਆ ਹੈ। ਤੇ ਆਓ ਭਲਿਓ, ਬਾਈਬਲ ਦੱਸਦੀ ਏ ਬਾਪ ਬਣੀਏ ਤੇ ਉਹ ਬਣੀਏ, ਆਪਣੀ ਵੀ ਫਿਕਰ ਕਰੀਏ, ਆਪਣੇ ਬਾਲਾਂ ਦੀ ਵੀ ਫਿਕਰ ਕਰੀਏ। ਰਸੂਲ ਨੇ ਆਖਿਆ ਏ, ਨਾ ਸਿਰਫ ਮੈਨੂੰ ਤਾਜ ਮਿਲਣਾ ਹੈ, ਮੈਂ ਚਾਹੁੰਦਾ ਤਮੋਥੀਸ ਤੈਨੂੰ ਵੀ ਤਾਜ ਮਿਲੇ, ਤੇ ਉਹਨਾਂ ਲੋਕਾਂ ਨੂੰ ਵੀ ਅੱਗੇ ਤਾਜ ਮਿਲੇ ਜਿਹੜੇ ਈਮਾਨ ਦੇ ਉੱਤੇ ਕਾਇਮ ਰਹਿਣਗੇ, ਹੱਕ ਦੀ ਕੁਸ਼ਤੀ ਲੜਨਗੇ, ਅੰਜੀਲ ਦੇ ਹਿਸਾਬ ਨਾਲ ਬਾਪ ਬਣਨਗੇ। ਉਸ ਜ਼ਬੂਰ ਨੇ ਵੀ ਇਸ ਕਹਿੰਦਾ ਹੈ, ਚੜਾਓ ਸੱਚ ਦੀ ਕੁਰਬਾਨੀ। ਤੇ ਇਹ ਵੇਲੇ, ਇਹ ਦਿਹਾੜੇ, ਇਹ ਮੌਕੇ ਭਰਾਓ ਬਾਰ-ਬਾਰ ਕੋਈ ਨਹੀਂ ਮਿਲਣੇ ਕਿ ਫਿਰ ਔਲਾਦਾਂ ਨੂੰ ਆਣ ਕੇ ਸਮਝਾ ਜਾਈਏ। ਅੱਜ ਡਿਊਟੀ ਤੇ ਕਾਇਮ ਹੋਵੋ, ਆਪਣੇ ਬੱਚਿਆਂ ਨੂੰ ਅੰਜੀਲੀ ਤਾਲੀਮ ਦਿਓ, ਇਹਨਾਂ ਨੂੰ ਵਕਤ ਦਿਓ। ਇਹ ਬਾਈਬਲ ਵਾਪਸੀ ਦਾ ਟਿਕਟ ਹੈ। ਕਲਾਮ ਨੂੰ ਜ਼ਰੂਰ ਬਈ ਲਾਈਕ ਵੀ ਕਰਿਓ, ਸ਼ੇਅਰ ਵੀ ਕਰਿਓ, ਬੈਲ ਦਾ ਬਟਨ ਵੀ ਦਬਾਇਓ, ਤਾਂ ਕਿ ਖੁਦਾਵੰਦ ਦਾ ਜ਼ਿੰਦਾ ਕਲਾਮ ਤੁਹਾਡੇ ਤੱਕ ਵਕਤ ਦੇ ਨਾਲ ਪਹੁੰਚਦਾ ਰਹੇ। ਇਹਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਬੈਲ ਦਾ ਬਟਨ ਦਬਾਉਣਾ। ਖੁਦਾ ਤੇ ਬਰਕਤ ਦੇਵੇ।